ਬੇਅਦਬੀ ਕੇਸਾਂ ਦੀ ਸੁਣਵਾਈ ਹੁਣ ਪੰਜਾਬ ਤੋਂ ਬਾਹਰ। ਸੁਪਰੀਮ ਕੋਰਟ ਵੱਲੋਂ ਚੰਡੀਗੜ੍ਹ ਕੋਰਟ 'ਚ ਕੇਸ ਟ੍ਰਾਂਸਫਰ ਕਰਨ ਦੇ ਹੁਕਮ। ਡੇਰਾ ਪ੍ਰੇਮੀਆਂ ਨੇ ਫਰੀਦਕੋਟ ਤੋਂ ਕੇਸ ਟ੍ਰਾਂਸਫਰ ਕਰਨ ਦੀ ਕੀਤੀ ਸੀ ਮੰਗ। ਪ੍ਰਦੀਪ ਕਟਾਰੀਆ ਤੇ ਮਹਿੰਦਰਪਾਲ ਬਿੱਟੂ ਦੇ ਕਤਲ ਦਾ ਦਿੱਤਾ ਸੀ ਹਵਾਲਾ। 3 ਮਾਰਚ ਨੂੰ ਹੀ ਹੋਏਗਾ ਪੰਜਾਬ ਦਾ ਬਜਟ ਸੈਸ਼ਨ। ਸੁਪਰੀਮ ਕੋਰਟ 'ਚ ਸੁਣਵਾਈ ਤੋਂ ਬਾਅਦ ਗਵਰਨਰ ਨੇ ਦਿੱਤੀ ਮਨਜ਼ੂਰੀ। ਐਸਸੀ ਨੇ ਕਿਹਾ ਸੈਸ਼ਨ ਬੁਲਾਉਣ ਤੋਂ ਮਨਾ ਨਹੀਂ ਕਰ ਸਕਦੇ ਗਵਰਨਰ। ਸਰਕਾਰ ਵੀ ਗਵਰਨਰ ਨੂੰ ਜਾਣਕਾਰੀ ਦੇਣ ਲਈ ਹੈ ਪਾਬੰਦ। ਦਿੱਲੀ ਸਰਕਾਰ ਦੇ 2 ਮੰਤਰੀਆਂ ਦੇ ਅਸਤੀਫੇ। ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਨੇ ਦਿੱਤਾ ਅਸਤੀਫਾ। 2 ਮੰਤਰੀਆਂ 'ਚ ਵੰਡੇ ਜਾਣਗੇ ਸਿਸੋਦੀਆ ਦੇ 18 ਮਹਿਕਮੇ। ਸੁਪਰੀਮ ਕੋਰਟ ਤੋਂ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ। ਪੰਜਾਬ ਪੁਲਿਸ ਨੇ 24 ਘੰਟਿਆਂ 'ਚ ਸੁਲਝਾਇਆ ਤਰਨਤਾਰਨ ਮਰਡਰ ਕੇਸ। 2 ਲੱਖ ਦੇ ਪੁਰਾਣੇ ਬਕਾਏ ਨੂੰ ਲੈ ਕੇ ਮਹਿਲਾ ਨੇ ਕੀਤਾ ਸੀ ਪੈਲੇਸ ਮਾਲਕ ਦਾ ਕਤਲ। ਪੁਲਿਸ ਨੇ ਮੁਲਜ਼ਮ ਮਹਿਲਾ ਨੂੰ ਕੀਤਾ ਗ੍ਰਿਫਤਾਰ। ਗੋਇੰਦਵਾਲ ਜੇਲ੍ਹ ਗੈਂਗਵਾਰ ਮਾਮਲੇ 'ਚ ਵੱਡੀ ਕਾਰਵਾਈ। ਜੇਲ੍ਹ ਦੇ ਡਿਪਟੀ ਸੁਪਰਡੈਂਟ ਹਰੀਸ਼ ਸ਼ਰਮਾ ਸਸਪੈਂਡ। ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਖਿਲਾਫ ਜਾਂਚ ਦੇ ਆਦੇਸ਼। ਕਾਂਗਰਸ ਐਮਪੀ ਰਮਨੀਤ ਬਿੱਟੂ ਨੂੰ ਅੰਮ੍ਰਿਤਪਾਲ ਦਾ ਜਵਾਬ। ਕਿਹਾ ਜੋ ਐਨਕਾਊਂਟਰ ਦੀ ਕਰ ਰਹੇ ਨੇ ਗੱਲ, ਉਹਨਾਂ ਦੀ ਵੀ ਆਏਗੀ ਵਾਰੀ। ਬਿੱਟੂ ਨੇ ਕਿਹਾ ਸੀ 2 ਮਿੰਟਾਂ 'ਚ ਹੋ ਜਾਂਦੇ ਨੇ ਐਨਕਾਊਂਟਰ। ਕਾਂਗਰਸ ਵੱਲੋਂ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੀ ਮੰਗ। ਸੜਕਾਂ ਤੇ ਉਤਰਨ ਦੀ ਦਿੱਤੀ ਚੇਤਾਵਨੀ। ਤਾਂ ਬੀਜੇਪੀ ਬੋਲੀ ਪਾਕਿਸਤਾਨ ਤੇ ਆਈਐਸਆਈ ਦਾ ਮੂਹਰਾ ਬਣ ਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਅੰਮ੍ਰਿਤਪਾਲ। ਬਿਆਨ ਦੇਣ ਦੀ ਥਾਂ ਕਾਰਵਾਈ ਕਰਨ ਮੁੱਖ ਮੰਤਰੀ। ਕਾਂਗਰਸ ਦੇ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਦੇ ਫਾਰਮ ਹਾਊਸ ਤੇ ਵਿਜੀਲੈਂਸ ਦੀ ਰੇਡ। ਟੈਕਨੀਕਲ ਟੀਮ ਨੇ ਨਿਊ ਚੰਡੀਗੜ੍ਹ 'ਚ ਕੀਤੀ ਪੈਮਾਇਸ਼। ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦਾ ਹੈ ਮਾਮਲਾ। ਜ਼ੀਰਕਪੁਰ 'ਚ ਮਹਿਲਾ ਤੇ ਡੰਡਿਆਂ ਨਾਲ ਜਾਨਲੇਵਾ ਹਮਲਾ। ਗੱਡੀ ਥੱਲੇ ਕੁਚਲਣ ਦੀ ਕੀਤੀ ਕੋਸ਼ਿਸ਼। ਪਲਾਟ ਨੂੰ ਲੈ ਕੇ 2 ਧਿਰਾਂ ਵਿਚਾਲੇ ਚੱਲ ਰਿਹਾ ਸੀ ਵਿਵਾਦ। ਗੁਰੂਗ੍ਰਾਮ 'ਚ ਲਗਜ਼ਰੀ ਗੱਡੀ 'ਚ ਆਏ 2 ਲੋਕ। ਫੁੱਲਾਂ ਦੇ ਗਮਲੇ ਚੋਰੀ ਕਰਕੇ ਹੋਏ ਰਫੂ ਚੱਕਰ। G20 ਮੀਟ ਨੂੰ ਲੈ ਕੇ ਕੀਤੀ ਗਈ ਸੀ ਫੁੱਲਾਂ ਦੀ ਸਜਾਵਟ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਬਰਗਾੜੀ ਬੇਅਦਬੀ ਦੇ ਮਾਮਲੇ ਤੇ ਸੁਪਰੀਮ ਕੋਰਟ ਦਾ ਅੱਜ ਇੱਕ ਵੱਡਾ ਆਦੇਸ਼ ਆਇਆ। ਇਹ ਜਿਹੜੇ ਕੇਸ ਫਰੀਦਕੋਟ ਅਦਾਲਤ ਦੇ ਵਿੱਚ ਚੱਲ ਰਹੇ ਸੀ, ਜਿਨ੍ਹਾਂ ਦੀ ਸੁਣਵਾਈ ਹੋ ਰਹੀ ਸੀ, ਇਹਨਾਂ ਨੂੰ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰਨ ਦੇ ਆਦੇਸ਼ ਸੁਪਰੀਮ ਕੋਰਟ ਨੇ ਦੇ ਦਿੱਤੇ ਨੇ। ਫਰੀਦਕੋਟ ਕੋਰਟ 'ਚ ਇਹ ਕੇਸ ਚੱਲ ਰਹੇ ਸੀ, ਹੁਣ ਇਹਨਾਂ ਨੂੰ ਚੰਡੀਗੜ੍ਹ ਟ੍ਰਾਂਸਫਰ ਕੀਤਾ ਗਿਆ ਹੈ। ਯਾਨੀ ਹੁਣ ਇਹਨਾਂ ਕੇਸਾਂ ਦੀ ਸੁਣਵਾਈ ਚੰਡੀਗੜ੍ਹ ਦੀ ਕੋਰਟ 'ਚ ਮੁੜ ਤੋਂ ਸ਼ੁਰੂ ਹੋਏਗੀ। ਸੁਪਰੀਮ ਕੋਰਟ ਨੇ ਡੇਰਾ ਪ੍ਰੇਮੀਆਂ ਦੀ ਅਪੀਲ ਤੇ ਉਹਨਾਂ ਦੀ ਮੰਗ ਤੇ ਡੇਰਾ ਪ੍ਰੇਮੀਆਂ ਦੀ ਪਟੀਸ਼ਨ ਤੇ ਇਹ ਫੈਸਲਾ ਕੀਤਾ ਹੈ। ਔਰ ਡੇਰਾ ਪ੍ਰੇਮੀਆਂ ਵੱਲੋਂ ਮਹਿੰਦਰਪਾਲ ਬਿੱਟੂ ਤੇ ਪ੍ਰਦੀਪ ਕਟਾਰੀਆ ਦੇ ਕਤਲ ਦਾ ਹਵਾਲਾ ਦਿੱਤਾ ਗਿਆ ਸੀ ਕਿ ਮਹਿੰਦਰਪਾਲ ਬਿੱਟੂ ਦਾ ਕਤਲ ਜੇਲ੍ਹ ਦੇ ਵਿੱਚ ਹੁੰਦਾ ਤੇ ਪ੍ਰਦੀਪ ਕਟਾਰੀਆ ਦਾ ਕਤਲ ਉਸਦੀ ਦੁਕਾਨ ਤੇ ਹੁੰਦਾ, ਉਸਦੇ ਇਲਾਕੇ ਦੇ ਵਿੱਚ। ਸੋ ਇਹ ਹਵਾਲੇ ਦਿੱਤੇ ਗਏ ਸੀ। ਔਰ ਜਿਹੜੇ ਕੇਸ ਪੰਜਾਬ ਦੀ ਕੋਰਟ ਦੇ ਵਿੱਚ ਚੱਲ ਰਹੇ ਸੀ, ਫਰੀਦਕੋਟ ਕੋਰਟ ਦੇ ਵਿੱਚ ਚੱਲ ਰਹੇ ਸੀ ਬੇਅਦਬੀ ਦੇ, ਉਹਨਾਂ ਕੇਸਾਂ ਨੂੰ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਜਿਹੜੀ ਪਟੀਸ਼ਨ ਸੀ ਇਸ ਨੂੰ ਐਡਮਿਟ ਕਰ ਲਿਆ ਔਰ ਇਹ ਕੇਸ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਟ੍ਰਾਂਸਫਰ ਕਰਨ ਦੇ ਹੁਕਮ ਦੇ ਦਿੱਤੇ। ਸੋ ਸੁਪਰੀਮ ਕੋਰਟ ਨੇ ਹੁਕਮ ਦਿੱਤੇ ਨੇ ਕਿ ਪੰਜਾਬ ਤੋਂ ਬਾਹਰ ਯਾਨੀ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਹੁਣ ਇਹਨਾਂ ਕੇਸਾਂ ਦੀ ਸੁਣਵਾਈ ਹੋਏਗੀ। ਇਹ ਸੁਪਰੀਮ ਕੋਰਟ ਨੇ ਅੱਜ ਆਦੇਸ਼ ਦਿੱਤਾ ਹੈ। ਪੰਜਾਬ ਤੋਂ ਬਾਹਰ ਫਰੀਦਕੋਟ ਵਾਲੇ ਜਿਹੜੇ ਕੇਸ ਨੇ, ਜਿਹੜੇ ਫਰੀਦਕੋਟ ਅਦਾਲਤ ਦੇ ਵਿੱਚ ਚੱਲ ਰਹੇ ਸੀ ਬੇਅਦਬੀ ਦੇ ਮਾਮਲੇ, ਉਹਨਾਂ ਦੀ ਸੁਣਵਾਈ ਹੁਣ ਚੰਡੀਗੜ੍ਹ ਦੀ ਕੋਰਟ ਦੇ ਵਿੱਚ ਟ੍ਰਾਂਸਫਰ ਕਰਨ ਦਾ ਆਦੇਸ਼ ਸੁਣਾ ਦਿੱਤਾ ਹੈ ਦੇਸ਼ ਦੀ ਸਰਵਉੱਚ ਅਦਾਲਤ ਨੇ ਕਿ ਚੰਡੀਗੜ੍ਹ ਕੋਰਟ 'ਚ ਸੁਣਵਾਈ ਹੋਏਗੀ। ਡੇਰਾ ਪ੍ਰੇਮੀਆਂ ਦੀ ਮੰਗ ਤੇ ਇਹ ਫੈਸਲਾ ਸੁਪਰੀਮ ਕੋਰਟ ਵੱਲੋਂ ਸੁਣਾਇਆ ਗਿਆ। 5 ਡੇਰਾ ਪ੍ਰੇਮੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨ ਪਾ ਕੇ ਅਪੀਲ ਕੀਤੀ ਸੀ, ਮੰਗ ਕੀਤੀ ਸੀ ਕਿ ਇਹਨਾਂ ਕੇਸਾਂ ਨੂੰ ਜਿਹੜਾ ਹੈ ਪੰਜਾਬ ਤੋਂ ਬਾਹਰ ਕਿਸੇ ਅਦਾਲਤ ਦੇ ਵਿੱਚ ਸੁਣਿਆ ਜਾਵੇ। 5 ਜਿਹੜੇ ਡੇਰਾ ਪ੍ਰੇਮੀ ਹੈ, 5 ਡੇਰਾ ਪ੍ਰੇਮੀਆਂ ਵੱਲੋਂ ਇਹ ਅਪੀਲ ਫਾਈਲ ਕੀਤੀ ਗਈ ਸੀ ਸੁਪਰੀਮ ਕੋਰਟ ਦੇ ਵਿੱਚ। ਔਰ ਉਸ ਅਪੀਲ ਦੇ ਆਧਾਰ ਤੇ ਸੁਪਰੀਮ ਕੋਰਟ ਨੇ ਇਹ ਕੇਸ ਜਿਹੜੇ ਨੇ ਪੰਜਾਬ ਦੀ ਥਾਂ ਕਿਸੇ ਹੋਰ ਸੂਬੇ 'ਚ ਜੋ ਮੰਗ ਸੀ ਉਸ ਦੇ ਆਧਾਰਿਤ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਸੁਣਵਾਈ ਕਰਨ ਦੇ ਆਦੇਸ਼ ਦੇ ਦਿੱਤੇ ਗਏ ਨੇ। 11 ਪ੍ਰੇਮੀਆਂ ਨੂੰ ਇਸ ਮਾਮਲੇ ਦੇ ਵਿੱਚ ਡੇਰਾ ਪ੍ਰੇਮੀ ਸਮੇਤ
11 ਪ੍ਰੇਮੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। 2 ਡੇਰਾ ਪ੍ਰੇਮੀਆਂ ਦਾ ਕਤਲ ਹੋ ਚੁੱਕਿਆ ਹੈ, ਇੱਕ ਦਾ ਜੇਲ੍ਹ ਦੇ ਵਿੱਚ ਔਰ ਇੱਕ ਦਾ ਉਸ ਦੀ ਦੁਕਾਨ ਤੇ ਬੈਠੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੋ ਉਹਨਾਂ ਨੇ ਇਹ ਲਿਖਿਆ ਸੀ, ਡੇਰਾ ਪ੍ਰੇਮੀਆਂ ਨੇ ਆਪਣੀ ਪਟੀਸ਼ਨ ਦੇ ਵਿੱਚ, ਕਿ ਉਹ ਆਪਣੇ ਕੇਸਾਂ ਦੀ ਪੈਰਵੀ ਇੱਥੇ ਆਜ਼ਾਦ ਤਰੀਕੇ ਨਾਲ ਨਹੀਂ ਕਰ ਸਕਦੇ, ਇਸ ਕਰਕੇ ਇਹਨਾਂ ਨੂੰ ਪੰਜਾਬ ਤੋਂ ਇਲਾਵਾ ਕਿਸੇ ਹੋਰ ਕੋਰਟ ਦੇ ਵਿੱਚ ਤਬਦੀਲ ਕੀਤਾ ਜਾਵੇ। ਤਾਂ ਸੁਪਰੀਮ ਕੋਰਟ ਨੇ ਇਹਨਾਂ ਕੇਸਾਂ ਦੀ ਸੁਣਵਾਈ ਨੂੰ ਅੱਜ ਤਰਜੀਹੀ ਆਧਾਰ ਤੇ ਸੁਣਿਆ ਇਸ ਪਟੀਸ਼ਨ ਨੂੰ, ਔਰ ਇਹਨਾਂ ਕੇਸਾਂ ਦੀ ਸੁਣਵਾਈ ਨੂੰ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਟ੍ਰਾਂਸਫਰ ਕਰਨ ਦੇ ਹੁਕਮ ਦੇ ਦਿੱਤੇ। ਹਾਲਾਂਕਿ ਆਪਣੀ ਸੁਰੱਖਿਆ ਨੂੰ ਲੈ ਕੇ ਇਹਨਾਂ ਡੇਰਾ ਪ੍ਰੇਮੀਆਂ ਵੱਲੋਂ ਇਹ ਮੁੱਦਾ ਚੱਕਿਆ ਗਿਆ ਸੀ ਔਰ ਪੰਜਾਬ ਸਰਕਾਰ ਨੇ ਇਸ ਮਾਮਲੇ ਤੇ ਆਪਣੇ ਜਵਾਬ ਦੇ ਵਿੱਚ ਕਿਹਾ ਸੀ ਕਿ ਸਾਡੇ ਵੱਲੋਂ ਇਹਨਾਂ ਡੇਰਾ ਪ੍ਰੇਮੀਆਂ ਨੂੰ ਪੂਰਨ ਤੌਰ ਤੇ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਪਰ ਸੁਪਰੀਮ ਕੋਰਟ ਨੇ ਇਸ ਪਟੀਸ਼ਨ ਤੇ ਸੁਣਵਾਈ ਕਰਦਿਆਂ ਇਸ ਪਟੀਸ਼ਨ ਨੂੰ ਮੰਨਦਿਆਂ ਇਹਨਾਂ ਕੇਸਾਂ ਨੂੰ ਚੰਡੀਗੜ੍ਹ ਟ੍ਰਾਂਸਫਰ ਕਰਨ ਦਾ ਆਦੇਸ਼ ਸੁਣਾ ਦਿੱਤਾ। ਕੁਝ ਪ੍ਰਤੀਕਰਮ ਵੀ ਸਾਹਮਣੇ ਆਏ ਨੇ ਇਸ ਫੈਸਲੇ ਤੋਂ ਬਾਅਦ ਸੁਪਰੀਮ ਕੋਰਟ ਦੇ, ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਜਿਹੜੇ ਡੇਰਾ ਪ੍ਰੇਮੀ ਨੇ ਉਹ ਪੈਰੋਲ ਤੇ ਨੇ ਔਰ ਬਾਹਰ ਨੇ, ਤੇ ਕੀ ਇਹਦੇ ਚ ਸੁਪਰੀਮ ਕੋਰਟ ਦਾ ਜੇ ਦੇਖਿਆ ਜਾਏਗਾ ਕਿ ਕੀ ਉਹਨਾਂ ਨੂੰ ਵੀ ਸ਼ੈਲਟਰ ਦੇਣ ਲਈ ਕਿਤੇ ਬਾਹਰਲੀ ਸਟੇਟ ਚ ਭੇਜ ਦਿੱਤਾ ਜਿਨ੍ਹਾਂ ਨੂੰ ਇੰਨਾ ਖਤਰਾ? ਮੇਰਾ ਖਿਆਲ ਹੈ ਕਿ ਇਹ ਬੜਾ ਮੰਦਭਾਗਾ ਡਿਸੀਜਨ ਹੋਇਆ, ਤੇ ਇਹਨੂੰ ਪੁੱਛਣ ਕੇ ਦੱਸ ਵੀ ਆਈਜੀ ਸਾਹਿਬ ਬਹਿ ਜਾਣ, ਉਹ ਜਿਹੜੇ ਮੁੱਖ ਮੰਤਰੀ ਸਾਹਿਬ ਉਸ ਵੇਲੇ ਦੇ ਉਹਨਾਂ ਪੁੱਛਣ, ਦੱਸੋ ਵੀ ਆਈਜੀ ਸਾਹਿਬ ਦੱਸੋ ਤੁਹਾਨੂੰ ਕਿੰਨੇ ਰੋਕਿਆ, ਤੇ ਇਹਨਾਂ ਦੀ ਇੰਟਰੋਗੇਸ਼ਨ ਵੀ ਹੋਣੀ ਚਾਹੀਦੀ ਹੈ। ਮਾਨਯੋਗ ਅਦਾਲਤ ਦਾ ਬੜਾ ਅੱਛਾ ਫੈਸਲਾ, ਕਿਉਂਕਿ ਉਹਨਾਂ ਦੀ ਪਹਿਲਾਂ ਵੀ ਹੱਤਿਆ ਹੋ ਚੁੱਕੀ ਹੈ ਤੇ ਉਹਨਾਂ ਦੇ ਜੀਵਨ ਨੂੰ ਵੀ ਖਤਰਾ ਹੈਗਾ, ਲਾਈਫ ਥ੍ਰੈਟ ਹੈ, ਤੇ ਹਰ ਕਿਸੇ ਦੇ ਲਾਈਫ ਥ੍ਰੈਟ ਨੂੰ ਪ੍ਰੋਟੈਕਟ ਕਰਨਾ ਸਰਕਾਰਾਂ ਦਾ ਵੀ ਕੰਮ ਹੁੰਦਾ, ਮਾਨਯੋਗ ਅਦਾਲਤਾਂ ਦਾ ਵੀ ਕੰਮ ਹੁੰਦਾ। ਤੇ ਜੇ ਕਿਸੇ ਨੇ ਕੋਈ ਕ੍ਰਾਈਮ ਕੀਤਾ ਹੋਇਆ ਤਾਂ ਉਸ ਦੀ ਸਜ਼ਾ ਉਹਨਾਂ ਨੂੰ ਮਿਲਣੀ ਹੁੰਦੀ ਹੈ, ਉਹ ਮਾਨਯੋਗ ਅਦਾਲਤ ਨੇ ਦੇਣੀ ਹੁੰਦੀ ਹੈ। ਚਾਹੇ ਉਹ ਪੂਰੀ ਇਨਵੈਸਟੀਗੇਸ਼ਨ ਹੋਵੇ, ਚਾਹੇ ਮਾਨਯੋਗ ਕੋਰਟ ਦੇ ਸਾਹਮਣੇ ਪ੍ਰੋਸੀਕਿਊਸ਼ਨ ਹੋਵੇ, ਚਾਹੇ ਐਵੀਡੈਂਸ ਹੋਵੇ, ਹਰੇਕ ਤਰੀਕੇ ਨਾਲ ਉਹਦੇ ਚ ਇੰਨੀਆਂ ਕੰਪਲਿਕੇਸ਼ਨਸ ਹੈ ਕਿ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਉਹ ਕੰਪਲਿਕੇਸ਼ਨਸ ਦਾ ਫਾਇਦਾ ਜਿਹੜਾ ਆ ਜਿਹੜਾ ਅੱਜ ਵਾਲਾ ਜਜਮੈਂਟ ਉਹਦੇ ਚ ਉਹਨਾਂ ਡੇਰੇਵਾਲ ਸਮਰਥਕਾਂ ਨੂੰ ਹੋਇਆ। ਲੇਕਿਨ ਪੰਜਾਬ ਸਰਕਾਰ ਇੱਕ ਜਿਹੜੀ ਸੱਚਾਈ ਹੈ ਸਾਰੇ ਐਪੀਸੋਡ ਤੇ, ਜੋ ਸੱਚ ਹੈ ਉਹਦੇ ਤੇ ਦੂਸਰੇ ਵੱਡੀ ਖਬਰ ਦਾ ਰੁਖ ਕਰਦੇ ਹਾਂ। ਗਵਰਨਰ ਬਨਾਮ ਪੰਜਾਬ ਸਰਕਾਰ, ਗਵਰਨਰ ਵਰਸਸ ਪੰਜਾਬ ਸਰਕਾਰ, ਜਿਸ ਦੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਅੱਜ ਹੋਈ, ਕਿਉਂਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਤੇ ਉੱਥੇ ਗਵਰਨਰ ਦੇ ਵਕੀਲ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਗਵਰਨਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਬਜਟ ਸੈਸ਼ਨ ਨੂੰ, ਯਾਨੀ 3 ਮਾਰਚ ਨੂੰ ਹੀ ਹੁਣ ਪੰਜਾਬ ਦਾ ਬਜਟ ਸੈਸ਼ਨ ਹੋਏਗਾ, ਜਿਸ ਬਜਟ ਸੈਸ਼ਨ ਨੂੰ ਲੈ ਕੇ ਇਹ ਕਸ਼ਮਕਸ਼ ਚੱਲ ਰਹੀ ਸੀ, ਕਿਉਂਕਿ ਗਵਰਨਰ ਵੱਲੋਂ ਪਹਿਲਾਂ ਆਪਣੇ ਸਵਾਲਾਂ ਦੇ ਜਵਾਬ ਮੰਗੇ ਗਏ ਸੀ ਸਰਕਾਰ ਤੋਂ, ਤੇ ਫਿਰ ਗੌਰ ਕਰਨ ਦੀ ਗੱਲ ਕਹੀ ਗਈ ਸੀ ਸੈਸ਼ਨ ਨੂੰ ਮਨਜ਼ੂਰੀ ਦੇਣ ਤੇ, ਜਿਸ ਤੋਂ ਬਾਅਦ ਪੰਜਾਬ ਸਰਕਾਰ ਸੁਪਰੀਮ ਕੋਰਟ ਚਲੀ ਗਈ। ਤਾਂ ਸੁਪਰੀਮ ਕੋਰਟ ਦੇ ਵਿੱਚ ਅੱਜ ਗਵਰਨਰ ਦੇ ਵਕੀਲ ਵੱਲੋਂ ਬਹਿਸ ਦੌਰਾਨ ਇਹ ਜਾਣਕਾਰੀ ਦਿੱਤੀ ਗਈ ਕਿ ਗਵਰਨਰ ਨੇ ਅੱਜ ਹੀ ਮਨਜ਼ੂਰੀ ਦੇ ਦਿੱਤੀ ਹੈ 3 ਤਰੀਕ ਨੂੰ, ਜਿਹੜਾ 3 ਮਾਰਚ ਨੂੰ ਬਜਟ ਸੈਸ਼ਨ ਬੁਲਾਇਆ ਜਾਣਾ ਹੈ। ਇਸ ਸੰਦਰਭ ਦੇ ਵਿੱਚ ਸੁਪਰੀਮ ਕੋਰਟ ਨੇ ਸਰਕਾਰ ਨੂੰ ਵੀ ਤੇ ਗਵਰਨਰ ਨੂੰ ਵੀ ਜੋ ਟਿੱਪਣੀਆਂ ਕੀਤੀਆਂ ਨੇ ਜਾਂ ਜੋ ਆਦੇਸ਼ ਆਪਣੇ ਦਿੱਤੇ ਨੇ, ਜਿਸ ਦੇ ਵਿੱਚ ਲਿਖਿਆ ਹੈ, ਤਾਂ ਸੁਪਰੀਮ ਕੋਰਟ ਨੇ ਕਿਹਾ, ਚੀਫ ਜਸਟਿਸ ਆਫ ਇੰਡੀਆ ਨੇ ਕਿਹਾ ਕਿ ਗਵਰਨਰ ਸੈਸ਼ਨ ਬੁਲਾਉਣ ਤੋਂ ਇਨਕਾਰ ਨਹੀਂ ਕਰ ਸਕਦਾ, ਔਰ ਸਰਕਾਰ ਨੂੰ ਵੀ ਇਹ ਤਾਕੀਦ ਕੀਤੀ, ਇਹ ਦੱਸਿਆ ਕਿ ਸਰਕਾਰ ਗਵਰਨਰ ਨੂੰ ਜਾਣਕਾਰੀ ਦੇਣ ਦੇ ਲਈ ਪਾਬੰਦ ਹੈ। ਯਾਨੀ ਜੇ ਗਵਰਨਰ ਸਰਕਾਰ ਤੋਂ ਕਿਸੇ ਤਰੀਕੇ ਦੀ ਜਾਣਕਾਰੀ ਜਾਂ ਸਪਸ਼ਟੀਕਰਨ ਮੰਗਦੇ ਨੇ ਤਾਂ ਸਰਕਾਰ ਨੂੰ ਉਹ ਸਪਸ਼ਟੀਕਰਨ ਦੇਣਾ ਹੋਏਗਾ, ਪਰ ਗਵਰਨਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਸੈਸ਼ਨ ਦੀ ਕਾਰਵਾਈ ਰੋਕ ਸਕਦੇ ਨੇ, ਉਹ ਸੈਸ਼ਨ ਦੀ ਕਾਰਵਾਈ ਵੀ ਨਹੀਂ ਰੋਕ ਸਕਦੇ। ਇਹ ਗੱਲ ਸੁਪਰੀਮ ਕੋਰਟ ਵੱਲੋਂ ਅੱਜ ਕਹੀ ਗਈ। ਸੋ ਸੁਪਰੀਮ ਕੋਰਟ ਵੱਲੋਂ ਕੇਸ ਦਾ ਨਿਪਟਾਰਾ ਕਰ ਦਿੱਤਾ ਗਿਆ ਅੱਜ, ਯਾਨੀ 3 ਮਾਰਚ ਨੂੰ ਹੁਣ 3 ਮਾਰਚ ਨੂੰ ਜਿਹੜਾ ਹੈ ਉਹ ਸੈਸ਼ਨ ਹੋਏਗਾ, ਔਰ 3 ਮਾਰਚ ਬਾਰੇ ਜੋ ਸੈਸ਼ਨ ਬੁਲਾਇਆ ਜਾਣਾ ਹੈ ਉਸ ਦੀ ਜਾਣਕਾਰੀ ਅੱਜ ਜਿਹੜੇ ਵਕੀਲ ਨੇ ਗਵਰਨਰ ਦੇ, ਉਹਨਾਂ ਵੱਲੋਂ ਜਿਹੜੇ ਪੇਸ਼ ਹੋਏ ਸੀ, ਉਹਨਾਂ ਵੱਲੋਂ ਦਿੱਤੀ ਗਈ ਕਿ ਗਵਰਨਰ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ। ਕੇਸ ਦਾ ਨਿਪਟਾਰਾ ਸੁਪਰੀਮ ਕੋਰਟ ਵੱਲੋਂ ਕਰ ਦਿੱਤਾ ਗਿਆ। 3 ਮਾਰਚ ਨੂੰ ਹੀ ਬਜਟ ਸੈਸ਼ਨ ਜਿਹੜਾ ਹੈ ਇਹ ਬੁਲਾਇਆ ਜਾਏਗਾ। ਗਵਰਨਰ ਕੈਬਨਿਟ ਦੀ ਸਲਾਹ ਤੇ ਕੰਮ ਕਰਨਗੇ, ਇਹ ਗੱਲ ਸੁਪਰੀਮ ਕੋਰਟ ਵੱਲੋਂ ਕਹੀ ਗਈ ਹੈ ਕਿ ਗਵਰਨਰ ਕੈਬਨਿਟ ਦੀ ਸਲਾਹ ਤੇ ਕੰਮ ਕਰਨਗੇ, ਕਿਉਂਕਿ ਇੱਕ ਪੁਰਾਣੇ ਕੇਸ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਵਰਡਿਕਟ ਦਿੱਤਾ ਸੀ ਕਿ ਕੈਬਨਿਟ ਜੋ ਫੈਸਲਾ ਲੈਂਦੀ ਹੈ ਗਵਰਨਰ ਵੀ ਉਸ ਨੂੰ ਮੰਨਣ ਦੇ ਪਾਬੰਦ ਹੁੰਦੇ ਨੇ। ਇਹ ਗੱਲ ਸੁਪਰੀਮ ਕੋਰਟ ਵੱਲੋਂ ਇੱਕ ਪੁਰਾਣੇ ਮਾਮਲੇ ਦੇ ਵਿੱਚ ਕਹੀ ਗਈ ਹੈ। ਗਵਰਨਰ ਕੈਬਨਿਟ ਦੀ ਸਲਾਹ ਤੇ ਕੰਮ ਕਰਨਗੇ, ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਇਹ ਗੱਲ ਅੱਜ ਸਰਵਉੱਚ ਅਦਾਲਤ ਵੱਲੋਂ ਸੁਪਰੀਮ ਕੋਰਟ ਵੱਲੋਂ ਸੁਪਰੀਮ ਕੋਰਟ ਦੇ CGI
ਚੀਫ ਜਸਟਿਸ ਆਫ ਇੰਡੀਆ ਵੱਲੋਂ ਇਹ ਗੱਲ ਕਹੀ ਗਈ ਕਿ ਗਵਰਨਰ ਮਨਾ ਨਹੀਂ ਕਰ ਸਕਦੇ, ਕੈਬਨਿਟ ਦੀ ਸਲਾਹ ਤੇ ਕੰਮ ਕਰਨਗੇ। ਦੂਸਰੀ ਗੱਲ ਉਹਨਾਂ ਨੇ ਕਹੀ ਹੈ ਕਿ ਇਜਲਾਸ ਬੁਲਾਉਣ ਤੋਂ ਗਵਰਨਰ ਇਨਕਾਰ ਨਹੀਂ ਕਰ ਸਕਦਾ। ਇਹ ਗੱਲ ਵੀ ਸੁਪਰੀਮ ਕੋਰਟ ਵੱਲੋਂ ਜੋ ਇਸ ਕੇਸ ਦੀ ਬਹਿਸ ਚੱਲ ਰਹੀ ਸੀ ਉਸ ਦੌਰਾਨ ਕਹੀ ਗਈ, ਟਿੱਪਣੀਆਂ ਕੀਤੀਆਂ ਗਈਆਂ ਕਿ ਜਿੰਨੇ ਮਰਜ਼ੀ ਇਸ਼ੂ ਹੋਣ ਸਰਕਾਰ ਦੇ ਨਾਲ, ਪਰ ਤੁਸੀਂ ਸੈਸ਼ਨ ਨਹੀਂ ਰੋਕ ਸਕਦੇ, ਸੈਸ਼ਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਨਹੀਂ ਕਰ ਸਕਦੇ। ਇਹ ਗੱਲ ਵੀ ਕਹੀ ਗਈ ਹੈ। ਇਸ ਤੋਂ ਇਲਾਵਾ ਅਗਲੀ ਗੱਲ ਜਿਹੜੀ ਸੁਪਰੀਮ ਕੋਰਟ ਨੇ ਕਹੀ ਹੈ ਕਿ ਸੈਸ਼ਨ ਨਹੀਂ ਰੋਕ ਸਕਦੇ, ਇਹ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਬਜਟ ਇਜਲਾਸ ਦੀ ਮਨਜ਼ੂਰੀ ਦੇਣ ਲਈ ਕਾਨੂੰਨੀ ਸਲਾਹ ਦੀ ਲੋੜ ਨਹੀਂ ਸੀ। ਇਹ ਗੱਲ ਕਹੀ ਗਈ ਹੈ ਕਿ ਬਜਟ ਇਜਲਾਸ ਦੀ ਮਨਜ਼ੂਰੀ ਦੇਣ ਦੇ ਲਈ ਕਾਨੂੰਨੀ ਸਲਾਹ ਦੀ ਲੋੜ ਨਹੀਂ ਸੀ। ਦਰਅਸਲ ਅਸਲ ਦੇ ਵਿੱਚ ਜੋ ਗਵਰਨਰ ਵੱਲੋਂ ਚਿੱਠੀ ਲਿਖੀ ਗਈ ਸੀ ਉਸ ਦੇ ਵਿੱਚ ਉਹਨਾਂ ਨੇ ਜਿਹੜੇ ਮੁੱਦੇ ਡਿਸਕਸ ਕੀਤੇ ਸੀ, ਉਹਨਾਂ ਨੇ ਕਿਹਾ ਸੀ ਕਿ ਮੇਰੇ ਮੁੱਦਿਆਂ ਦਾ ਤੁਸੀਂ ਜਵਾਬ ਦਿਓ, ਨਹੀਂ ਤਾਂ ਮੈਂ ਕਾਨੂੰਨੀ ਸਲਾਹ ਲਵਾਂਗਾ ਤੇ ਫਿਰ ਉਸ ਤੋਂ ਬਾਅਦ ਮੈਂ ਸੈਸ਼ਨ ਬੁਲਾਉਣ ਤੇ ਗੌਰ ਕਰਾਂਗਾ। ਤਾਂ ਸੁਪਰੀਮ ਕੋਰਟ ਨੇ ਉੱਥੇ ਕਿਹਾ ਕਿ ਇਸ ਦੇ ਵਿੱਚ ਕਾਨੂੰਨੀ ਸਲਾਹ ਦੀ ਲੋੜ ਨਹੀਂ ਹੈ। ਅਗਲੀ ਗੱਲ ਸੁਪਰੀਮ ਕੋਰਟ ਨੇ ਕਹੀ ਹੈ ਕਿ ਗਵਰਨਰ ਕੋਲ ਸਰਕਾਰ ਤੋਂ ਸੂਚਨਾ ਮੰਗਣ ਦਾ ਅਧਿਕਾਰ ਹੈ, ਯਾਨੀ ਸਰਕਾਰ ਨੂੰ ਵੀ ਉਹਨਾਂ ਨੇ ਕੁਝ ਜਿਹੜਾ ਹੈ ਇੰਸਟਰਕਸ਼ਨਸ ਕੀਤੀਆਂ ਨੇ ਕਿ ਸਰਕਾਰ ਗਵਰਨਰ ਨੂੰ ਜਵਾਬ ਦੇਣ ਦੇ ਲਈ ਪਾਬੰਦ ਹੈ। ਇਹ ਗੱਲ ਸੁਪਰੀਮ ਕੋਰਟ ਵੱਲੋਂ ਕਹੀ ਗਈ ਹੈ ਔਰ ਉਹਨਾਂ ਕਿਹਾ ਕਿ ਗਵਰਨਰ ਨੂੰ ਅਧਿਕਾਰ ਹੈ ਸਰਕਾਰ ਤੋਂ ਜਾਣਕਾਰੀ ਮੰਗਣ ਦਾ, ਸਰਕਾਰ ਗਵਰਨਰ ਨੂੰ ਜਵਾਬ ਦੇਣ ਦੇ ਲਈ ਪਾਬੰਦ ਹੈ। ਇਹ ਬਕਾਇਦਾ ਜਿਹੜਾ ਫੈਸਲਾ ਹੈ ਅੱਜ ਦੇ ਕੇਸ ਦਾ ਉਸ ਦੇ ਵਿੱਚ ਲਿਖਿਆ ਗਿਆ। ਸੁਪਰੀਮ ਕੋਰਟ ਦਾ ਜਿਹੜਾ ਅੱਜ ਦਾ ਫੈਸਲਾ ਹੈ ਉਸ 'ਚ ਲਿਖਿਆ ਗਿਆ ਕਿ ਸਰਕਾਰ ਗਵਰਨਰ ਜੇ ਜਾਣਕਾਰੀ ਮੰਗਦੇ ਨੇ ਤਾਂ ਉਹਨਾਂ ਨੂੰ ਜਵਾਬ ਦੇਣ ਦੇ ਲਈ ਪਾਬੰਦ ਹੈ। ਅਗਲੀ ਗੱਲ ਜਿਹੜੀ ਉਹਨਾਂ ਵੱਲੋਂ ਕਹੀ ਗਈ ਹੈ ਕਿ ਸੀਐਮ ਵੱਲੋਂ ਵਰਤੀ ਭਾਸ਼ਾ ਦੀ ਜ਼ਰੂਰਤ ਨਹੀਂ ਸੀ। ਦਰਅਸਲ ਇੱਥੇ ਜ਼ਿਕਰ ਕੀਤਾ ਗਿਆ ਸੁਪਰੀਮ ਕੋਰਟ ਵੱਲੋਂ ਕਿ ਜੋ ਗਵਰਨਰ ਨੇ ਜਵਾਬ ਮੰਗਿਆ ਗਿਆ ਉਸ ਜਵਾਬ ਦੇ ਵਿੱਚ ਜੋ ਸੀਐਮ ਨੇ ਸ਼ਬਦਾਵਲੀ ਵਰਤੀ ਜਾਂ ਸੀਐਮ ਨੇ ਭਾਸ਼ਾ ਦੀ ਵਰਤੋਂ ਕੀਤੀ, ਉਹ ਭਾਸ਼ਾ ਨੂੰ ਅਵੋਇਡ ਕੀਤਾ ਜਾ ਸਕਦਾ ਸੀ, ਉਹ ਭਾਸ਼ਾ ਵਰਤਣ ਦੀ ਜ਼ਰੂਰਤ ਨਹੀਂ ਸੀ। ਅਗਲੀ ਗੱਲ ਉਹਨਾਂ ਨੇ ਕਹੀ ਹੈ ਕਿ ਆਪਸੀ ਸੰਵਾਦ ਦੇ ਦੌਰਾਨ ਜਿਹੜੀ ਸੰਵਿਧਾਨਿਕ ਮਰਿਆਦਾ ਹੈ ਉਸ ਦਾ ਖਿਆਲ ਰੱਖਿਆ ਜਾਵੇ। ਇਹ ਗੱਲ ਕਹੀ ਗਈ ਹੈ ਕਿ ਆਪਸੀ ਸੰਵਾਦ ਦੇ ਦੌਰਾਨ ਸੰਵਿਧਾਨਿਕ ਮਰਿਆਦਾ, ਯਾਨੀ ਕਿਤੇ ਨਾ ਕਿਤੇ ਸੁਪਰੀਮ ਕੋਰਟ ਨੇ ਇਹ ਮਹਿਸੂਸ ਕੀਤਾ ਹੈ ਕਿ ਸੀਐਮ ਵੱਲੋਂ ਜੋ ਟਵੀਟ ਕੀਤੇ ਗਏ ਜਾਂ ਜੋ ਚਿੱਠੀ ਭੇਜੀ ਗਈ ਉਸ ਦੇ ਵਿੱਚ ਸੰਵਿਧਾਨਿਕ ਮਰਿਆਦਾ ਦਾ ਖਿਆਲ ਨਹੀਂ ਰੱਖਿਆ ਗਿਆ। ਸੋ ਇਹ ਗੱਲਾਂ ਕਹੀਆਂ ਗਈਆਂ ਨੇ। ਉਸ ਤੋਂ ਬਾਅਦ ਦੋਨਾਂ ਪੱਖਾਂ ਦੇ ਵਿੱਚ ਦਲੀਲਾਂ ਕੀ ਰਹੀਆਂ ਇਹ ਵੀ ਅਸੀਂ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਦੱਸ ਰਹੇ ਹਾਂ ਕਿ ਗਵਰਨਰ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਕੀ ਕਿਹਾ ਤੇ ਪੰਜਾਬ ਸਰਕਾਰ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਕੀ ਕਿਹਾ। ਗਵਰਨਰ ਨੇ ਸੀਐਮ ਦੀ ਭਾਸ਼ਾ ਤੇ ਇਤਰਾਜ਼ ਜਤਾਇਆ। ਗਵਰਨਰ ਦੇ ਜਿਹੜੇ ਵਕੀਲ ਸੀ ਉਹਨਾਂ ਨੇ ਸੀਐਮ ਦੀ ਭਾਸ਼ਾ ਤੇ ਇਤਰਾਜ਼ ਜਤਾਇਆ। ਪੰਜਾਬ ਸਰਕਾਰ ਨੇ ਕਿਹਾ ਕਿ ਗਵਰਨਰ ਪਰੇਸ਼ਾਨ ਕਰ ਰਹੇ ਨੇ। ਜਿਹੜੀ ਉਹਨਾਂ ਦੇ ਵਕੀਲ ਨੇ ਕਿਹਾ ਕਿ ਗਵਰਨਰ ਨਜਾਇਜ਼ ਇੰਟਰਫੇਅਰ ਕਰ ਰਹੇ ਨੇ, ਉਹਨਾਂ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਨੇ ਔਰ ਪਰੇਸ਼ਾਨ ਕਰ ਰਹੇ ਨੇ। ਜਿਸ ਤੋਂ ਬਾਅਦ ਗਵਰਨਰ ਦੇ ਵਕੀਲ ਨੇ ਕਿਹਾ ਕਿ ਕੀ ਸੀਐਮ ਨੂੰ ਐਸੀ ਭਾਸ਼ਾ ਵਰਤਣੀ ਚਾਹੀਦੀ ਹੈ, ਭਾਸ਼ਾ ਤੇ ਇਤਰਾਜ਼ ਜਤਾਇਆ ਗਿਆ। ਇਹ ਗੱਲ ਅੰਦਰ ਜਦੋਂ ਬਹਿਸ ਚੱਲ ਰਹੀ ਸੀ ਉਸ ਮੌਕੇ ਹੋਈ ਕਿ ਸੰਵਿਧਾਨ ਐਸੀ ਭਾਸ਼ਾ ਦੀ ਇਜਾਜ਼ਤ ਨਹੀਂ ਦਿੰਦਾ। ਇਹ ਗੱਲ ਕਹੀ ਗਈ ਸੁਪਰੀਮ ਕੋਰਟ ਵੱਲੋਂ ਕਿ ਸੰਵਿਧਾਨ ਐਸੀ ਭਾਸ਼ਾ ਦੀ ਇਜਾਜ਼ਤ ਨਹੀਂ ਦਿੰਦਾ। ਗਵਰਨਰ ਦੇ ਵਕੀਲ ਨੇ ਇਹ ਗੱਲ ਕਹੀ ਸੁਪਰੀਮ ਕੋਰਟ ਦੇ ਵਿੱਚ ਜਿਸ ਵੇਲੇ ਬਹਿਸ ਚੱਲ ਰਹੀ ਸੀ ਤੇ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਗਵਰਨਰ ਸੰਵਿਧਾਨ ਨੂੰ ਹਾਈਜੈਕ ਕਰ ਰਹੇ ਨੇ, ਕਿ ਗਵਰਨਰ ਸੰਵਿਧਾਨ ਨੂੰ ਹਾਈਜੈਕ ਕਰ ਰਹੇ ਨੇ, ਯਾਨੀ ਪੰਜਾਬ ਸਰਕਾਰ ਤੇ ਉਹ ਸੰਵਿਧਾਨ ਤੋਂ ਹਟ ਕੇ ਜਿਹੜਾ ਹੈ ਆਪਣੀ ਪਾਵਰ ਥੋਪਣਾ ਚਾਹੁੰਦੇ ਨੇ ਜਾਂ ਪ੍ਰੈਸ਼ਰਾਈਜ਼ ਕਰਨਾ ਚਾਹੁੰਦੇ ਨੇ। ਇਹ ਕਹਿਣ ਦੀ ਕੋਸ਼ਿਸ਼ ਸੀ ਪੰਜਾਬ ਸਰਕਾਰ ਦੇ ਵਕੀਲ ਦੀ, ਪਰ ਗਵਰਨਰ ਦੇ ਵਕੀਲ ਨੇ ਕਿਹਾ ਕਿ ਸੰਵਿਧਾਨ ਅਜਿਹੀ ਭਾਸ਼ਾ ਦੀ ਕਦੇ ਵੀ ਇਜਾਜ਼ਤ ਨਹੀਂ ਦਿੰਦਾ। ਇਸ ਤੋਂ ਅਗਲੀ ਸਲਾਈਡ ਦਿਖਾਉਣੀ ਹੈ। ਅਗਲੀ ਸਲਾਈਡ ਦੇ ਵਿੱਚ ਉਹਨਾਂ ਨੇ ਕਿਹਾ, ਜਿਹੜੀ ਗੱਲਬਾਤ ਹੋਈ ਗਵਰਨਰ ਦੇ ਵਕੀਲ ਨੇ ਕਿਹਾ, ਪਹਿਲਾਂ ਪੰਜਾਬ ਸਰਕਾਰ ਨੇ ਕਿਹਾ ਕਿ ਮਨਮੁਟਾਵ ਤੇ ਇਜਲਾਸ ਨਹੀਂ ਰੋਕਿਆ ਜਾ ਸਕਦਾ। ਇਹ ਗੱਲ ਪੰਜਾਬ ਸਰਕਾਰ ਨੇ ਕਹੀ ਕਿ ਜੇ ਕਿਸੇ ਗੱਲ ਤੇ, ਇੱਥੋਂ ਤੱਕ ਉਦਾਹਰਨ ਦਿੱਤੀ ਗਈ ਕਿ ਜੇ ਚਾਹ ਪੀਣ ਦੇ ਟੀ ਪਾਰਟੀ ਤੇ ਕੋਈ ਗੱਲਬਾਤ ਹੋ ਜੇ, ਕੋਈ ਨਾਰਾਜ਼ਗੀ ਹੋ ਜੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਇਜਲਾਸ ਰੋਕ ਲਓਗੇ। ਇਹ ਗੱਲ ਕਹੀ ਗਈ ਤਾਂ ਗਵਰਨਰ ਦੇ ਵਕੀਲ ਨੇ ਕਿਹਾ ਕਿ ਅਸੀਂ ਇਜਲਾਸ ਰੋਕਿਆ ਹੀ ਨਹੀਂ, ਇਜਲਾਸ ਦੀ ਮਨਜ਼ੂਰੀ ਨਹੀਂ ਰੋਕੀ ਗਈ ਸੀ। ਇਹ ਗੱਲ ਉਹਨਾਂ ਵੱਲੋਂ ਕਹੀ ਗਈ ਕਿ ਪਿਛਲੇ ਜਿਹੜੇ ਸਵਾਲ ਸੀ ਉਹਨਾਂ ਦਾ ਜਵਾਬ ਜ਼ਰੂਰ ਮੰਗਿਆ ਗਿਆ ਸੀ ਪਰ ਇਜਲਾਸ ਨੂੰ ਨਹੀਂ ਰੋਕਿਆ ਗਿਆ ਸੀ। ਇਹ ਗੱਲ ਉਹਨਾਂ ਵੱਲੋਂ ਕਹੀ ਗਈ। ਇਹ ਅੰਦਰ ਜਿਹੜੀਆਂ ਤਰਕ ਤੇ ਦਲੀਲਾਂ ਹੋਈਆਂ ਉਹਨਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਔਰ ਉਸ ਤੋਂ ਬਾਅਦ ਇਹ ਜਾਣਕਾਰੀ ਦੇ ਦਿੱਤੀ ਗਈ ਕਿ 3 ਮਾਰਚ ਨੂੰ ਇਜਲਾਸ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਬਾਬਾ ਸਾਹਿਬ ਅੰਬੇਡਕਰ ਜੀ ਵੱਲੋਂ ਸੰਵਿਧਾਨ ਦੇ ਆਧਾਰ ਤੇ ਪੰਜਾਬ ਦੇ 3 ਕਰੋੜ
ਲੋਕਾਂ ਨੂੰ ਦਿੱਤੀ ਹੋਈ ਤਾਕਤ ਦੀ ਅੱਜ ਫੇਰ ਇੱਕ ਵਾਰ ਸੁਪਰੀਮ ਕੋਰਟ ਵਿੱਚ ਜਿੱਤ ਹੋਈ ਹੈ। ਅੱਜ ਮਾਣਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ, ਪੰਜਾਬ ਦੀ ਕਾਉਂਸਲ ਆਫ ਮਿਨਿਸਟਰਸ ਨੂੰ, ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਜੀ ਵਾਲੀ ਅਗਵਾਈ ਵਾਲੀ ਕੈਬਨਿਟ ਨੂੰ ਲੋਕਾਂ ਵੱਲੋਂ ਦਿੱਤੀ ਹੋਈ ਤਾਕਤ ਨੂੰ ਜਿਸ ਤਰੀਕੇ ਨਾਲ ਡਿਫੈਂਡ ਕੀਤਾ ਹੈ, ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਭਾਜਪਾ ਦੇਸ਼ ਨੂੰ ਤਾਨਾਸ਼ਾਹੀ ਵੱਲ ਵਧਾ ਰਹੀ ਹੈ, ਇਸ ਮੁਸ਼ਕਲ ਘੜੀ 'ਚ ਸੁਪਰੀਮ ਕੋਰਟ ਨੇ, ਆਨਰੇਬਲ ਸੁਪਰੀਮ ਕੋਰਟ ਨੇ ਇੱਕ ਵਾਰ ਫੇਰ ਦੇਸ਼ ਦੇ ਲੋਕਾਂ ਨੂੰ ਆਸ਼ਾ ਦੀ ਕਿਰਨ ਦੇ ਕੇ ਡੈਮੋਕ੍ਰੇਸੀ ਦਾ ਘਾਣ ਹੋਣ ਤੋਂ ਲੋਕਾਂ ਦੀ ਦਿੱਤੀ ਹੋਈ ਤਾਕਤ ਦੀ ਤਰਜਮਾਨੀ ਕਰਦੇ ਹੋਏ ਲੋਕਾਂ ਦੀ ਮੈਨੂੰ ਨਹੀਂ ਸਮਝ ਆਉਂਦੀ ਕਿ ਕੋਈ ਸੁਪਰੀਮ ਕੋਰਟ ਜਾਣ ਦੀ ਜ਼ਰੂਰਤ ਸੀ, ਪਰ ਚੀਫ ਜਸਟਿਸ ਆਫ ਇੰਡੀਆ ਤੇ ਮਾਨਯੋਗ ਅਦਾਲਤ ਨੇ ਕਿਹਾ ਕਿ ਸੰਵਿਧਾਨ ਦਾ ਪਾਲਣ ਜ਼ਰੂਰ ਕਰਨਾ ਚਾਹੀਦਾ। ਜੋ ਸੂਚਨਾ ਮੰਗੀ ਗਈ ਹੈ, ਜੋ ਅਧਿਕਾਰ ਨੇ ਗਵਰਨਰ ਸਾਹਿਬ ਦੇ, ਉਹ ਉਹਨਾਂ ਨੂੰ ਜ਼ਰੂਰ ਸਤਿਕਾਰ ਦੇਣਾ ਚਾਹੀਦਾ ਔਰ ਸਾਰੀ ਜਾਣਕਾਰੀ ਦੇਣੀ ਚਾਹੀਦੀ ਹੈ। ਮੈਂ ਸਮਝਦਾ ਕਿ ਇਹੋ ਜਿਹੀਆਂ ਗੱਲਾਂ ਮਾਨਯੋਗ ਅਦਾਲਤ ਤੱਕ ਜਾਣ, ਸੈਸ਼ਨ ਵੀ ਉੱਥੇ ਜਾ ਕੇ ਰੱਖੇ ਜਾਣ, ਤਾਂ ਇਹ ਕਿੰਨੀ ਨਾਸਮਝੀ ਹੋ ਸਕਦੀ ਹੈ ਉਹਨਾਂ ਲੋਕਾਂ ਦੀ ਜਿਹੜੇ ਸਰਕਾਰ ਦੇ ਵਿੱਚ ਬੈਠੇ ਆ। ਤਾਂ ਪੰਜਾਬ ਸਰਕਾਰ ਵੱਲੋਂ ਅੱਜ ਅਭਿਸ਼ੇਕ ਮਨੂ ਸਿੰਘ ਵੀ ਵਕੀਲ ਦੇ ਤੌਰ ਤੇ ਪੇਸ਼ ਹੋਏ ਸੀ ਸੁਪਰੀਮ ਕੋਰਟ ਦੇ ਵਿੱਚ, ਔਰ ਗਵਰਨਰ ਵੱਲੋਂ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਉਹ ਪੇਸ਼ ਹੋਏ ਸੀ। ਸੋ ਉਹਨਾਂ ਦੋਨਾਂ ਦੇ ਵਿੱਚ ਹੀ ਇਹ ਆਰਗੂਮੈਂਟਸ ਹੁੰਦੇ ਰਹੇ। ਉਸ ਤੋਂ ਬਾਅਦ ਕੋਰਟ ਨੇ ਇਸ ਪਟੀਸ਼ਨ ਤੇ ਫੈਸਲਾ ਕਰ ਦਿੱਤਾ ਔਰ ਦੋਨਾਂ ਧਿਰਾਂ ਨੂੰ ਕੁਝ ਤਾਕੀਦ ਕੀਤੀ ਗਈ। ਅਗਲੀ ਖਬਰ, 2 ਮੰਤਰੀਆਂ ਦੇ ਅਸਤੀਫੇ ਹੋਏ ਨੇ। ਆਮ ਆਦਮੀ ਪਾਰਟੀ ਦੇ 2 ਮੰਤਰੀ, 2 ਵੱਡੇ ਚਿਹਰੇ। ਮਨੀਸ਼ ਸਿਸੋਦੀਆ ਵੱਡਾ ਨਾਮ, ਅਰਵਿੰਦ ਕੇਜਰੀਵਾਲ ਤੋਂ ਬਾਅਦ ਦੂਸਰੇ ਨੰਬਰ ਦੇ ਜਿਹੜੇ ਮਿਨਿਸਟਰ ਨੇ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਦੂਸਰੇ ਨੰਬਰ ਦੇ ਤਾਕਤਵਰ ਇਨਸਾਨ ਨੇ ਮਨੀਸ਼ ਸਿਸੋਦੀਆ, ਡਿਪਟੀ ਸੀਐਮ ਦਿੱਲੀ ਦੇ। ਉਹਨਾਂ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ। ਸੀਬੀਆਈ ਨੇ ਜਿਵੇਂ ਅਰੈਸਟ ਕੀਤਾ ਹੈ, ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਅੱਜ ਪਟੀਸ਼ਨ ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਔਰ ਉਸ ਤੋਂ ਬਾਅਦ ਅਸਤੀਫੇ ਦੀ ਖਬਰ ਆ ਗਈ ਕੁਝ ਘੰਟਿਆਂ ਬਾਅਦ। ਮਨੀਸ਼ ਸਿਸੋਦੀਆ ਦੇ ਨਾਲ ਸਤਿੰਦਰ ਜੈਨ ਜਿਹੜੇ ਪਹਿਲਾਂ ਤੋਂ ਹੀ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਵੱਲੋਂ ਵੀ ਆਪਣਾ ਅਸਤੀਫਾ ਦੇ ਦਿੱਤਾ ਗਿਆ ਤੇ ਅਰਵਿੰਦ ਕੇਜਰੀਵਾਲ ਨੇ ਦੋਨਾਂ ਦੇ ਅਸਤੀਫੇ ਨੂੰ ਮਨਜ਼ੂਰ ਕਰ ਲਿਆ ਹੈ। ਅੱਜ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ ਸੀ ਮਨੀਸ਼ ਸਿਸੋਦੀਆ ਨੂੰ। ਉਧਰ ਸਤਿੰਦਰ ਜੈਨ ਪਹਿਲਾਂ ਤੋਂ ਹੀ ਤਿਹਾੜ ਜੇਲ੍ਹ 'ਚ ਬੰਦ ਨੇ। ਸੀਬੀਆਈ ਨੇ ਦੂਸਰੀ ਵਾਰ ਸੱਦਿਆ ਸੀ ਮਨੀਸ਼ ਸਿਸੋਦੀਆ ਨੂੰ ਪੁੱਛਗਿੱਛ ਦੇ ਲਈ ਔਰ ਉਹਨਾਂ ਨੇ ਉਸੇ ਵੇਲੇ ਉਹਨਾਂ ਦੀ ਗ੍ਰਿਫਤਾਰੀ ਪਾ ਦਿੱਤੀ। 18 ਮਹਿਕਮੇ ਮਨੀਸ਼ ਸਿਸੋਦੀਆ ਦੇ ਕੋਲ ਨੇ ਔਰ ਇਹ ਮਹਿਕਮੇ ਜਿਹੜੇ ਨੇ ਹੁਣ 2 ਮੰਤਰੀਆਂ ਦੇ ਵਿੱਚ ਜੋ ਵੰਡ ਦਿੱਤੇ ਗਏ ਨੇ। ਇਹ ਜਾਣਕਾਰੀ ਹੈ ਕਿਹੜਾ ਮਹਿਕਮਾ ਕਿਹੜੇ ਮੰਤਰੀ ਨੂੰ ਦਿੱਤਾ ਗਿਆ ਹੈ। ਇਸ ਬਾਬਤ ਅਸੀਂ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਔਰ 2 ਮੰਤਰੀਆਂ ਦੇ ਵਿੱਚ ਅਹੁਦੇ ਵੰਡਣ ਦੀ ਇਹ ਖਬਰ ਆ ਰਹੀ ਹੈ। ਸੋ ਸਤਿੰਦਰ ਜੈਨ ਤੇ ਮਨੀਸ਼ ਸਿਸੋਦੀਆ ਦੋਨਾਂ ਦਾ ਅਸਤੀਫਾ ਹੋ ਗਿਆ ਹੈ। ਜਿੰਨੇ ਮਹੱਤਵਪੂਰਨ ਮਹਿਕਮੇ ਹੁੰਦੇ ਨੇ ਸਰਕਾਰ ਦੇ ਵਿੱਚ, ਇੰਪੋਰਟੈਂਟ ਮਹਿਕਮੇ ਹੁੰਦੇ ਨੇ, ਉਹ ਸਾਰੇ ਮਨੀਸ਼ ਸਿਸੋਦੀਆ ਦੇ ਕੋਲ ਸੀ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਕੋਲ ਕੋਈ ਮਹਿਕਮਾ ਨਹੀਂ ਰੱਖਿਆ। ਗ੍ਰਹਿ ਵਿਭਾਗ ਮਨੀਸ਼ ਸਿਸੋਦੀਆ ਕੋਲ ਸੀ, ਸਿੱਖਿਆ, ਸਿਹਤ, ਜਿਹੜਾ PWD, ਇਸ ਤੋਂ ਇਲਾਵਾ ਹੋਮ ਡਿਪਾਰਟਮੈਂਟ, ਫਿਰ ਲੋਕਲ ਬਾਡੀਜ਼, ਇਹ ਸਾਰੇ ਜਿਹੜੇ ਮਹਿਕਮੇ ਸੀ ਇਹ ਮਨੀਸ਼ ਸਿਸੋਦੀਆ ਦੇ ਕੋਲ ਸੀ। ਫਾਈਨੈਂਸ ਡਿਪਾਰਟਮੈਂਟ ਸਭ ਤੋਂ ਇੰਪੋਰਟੈਂਟ, ਔਰ ਉਹ ਮਹਿਕਮੇ ਹੁਣ 2 ਮੰਤਰੀਆਂ ਦੇ ਵਿੱਚ ਵੰਡੇ ਜਾਣ ਦੀਆਂ ਖਬਰਾਂ ਆ ਰਹੀਆਂ ਨੇ।